तेग बहादुर सिमरिए कर नाम नित आवे ताए। तेग बहादुर सिमरिए कर नाम नित आवे ताए। सतनाम ਧੰਨ ਵਾਹਿਗੁਰੂ ਸਾਹਿਬ ਜੀ। ਕਿਰਪਾ ਕਰਹੁ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੁਪੈ ਸੁਆਮੀ, मानस की गत एही। जो हमरी बिद होती मेरा सतगुरा, सा बिद तुम हर जानो आपे। हम रुलते फिरते कोई बात ना पूछता, गुर सतगुर संग कीरे हम थापे। धन धन गुरु नानक जिन केरा, जित मिलै चुकै सब सोग संतापे। श्री हर कृष्ण ध्याईऐ, जिस डिठै सब दुख जाए। तेग बहादुर सिमरियै कर नाम नित आवे ताए। तेग बहादुर सिमरियै कर नाम नित आवे ताए। सब थाई होए सहाय। परम सन्मानयोग जुगो जुग अटल तख्त चवर छत्र दे मालक सतगुरु श्री गुरु ग्रंथ साहिब महाराज पातशाह जी की पावन पवित्र हजूरी अंदर जुड़ बैठ के धन श्री गुरु तेग बहादुर महाराज जी के 400 साला आगमन गुरपुरब ਨੂੰ ਸਮਰਪਿਤ ਹੋ ਕਰਕੇ देश ਅਤੇ ਵਿਦੇਸ਼ ਅੰਦਰ ਆਪ ਸੰਗਤ ਜੁੜ ਕਰਕੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਜੀਵਨ ਕਥਾ ਸਰਵਨ ਕਰ ਰਹੇ ਹੋ। ਪਿਛਲੇ ਦੀਵਾਨ ਦੇ ਵਿੱਚ ਆਪ ਜੀ ਨੇ ਸਰਵਨ ਕੀਤਾ ਸੀ ਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜਿਸ ਵੇਲੇ ਪਟਨਾ ਦੀ ਧਰਤੀ ਤੇ ਪਹੁੰਚੇ, ਸਤਿਗੁਰ ਮਹਾਰਾਜ ਜੀ ਦੇ ਪਟਨਾ ਸਾਹਿਬ ਪਹੁੰਚਣ 'ਤੇ ਜਿਹੜੀ ਸਿੱਖ ਸੰਗਤ ਸੀ ਉਹਨਾਂ ਨੇ ਬਹੁਤ ਪਿਆਰ ਦੇ ਨਾਲ ਨਿੱਘਾ ਸਵਾਗਤ ਕਰਨਾ ਕੀਤਾ। ਪਟਨਾ ਦੇ ਅੰਦਰ ਦੀਪਮਾਲਾ ਕਰਨਾ ਕੀਤੀ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਦੇ ਨਾਲ ਪਰਿਵਾਰ ਦਾ ਸਤਿਗੁਰ ਮਹਾਰਾਜ ਜੀ ਦੇ ਸਪੁੱਤਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਹਿਲਾ ਮਿਲਾਪ ਹੁੰਦਾ ਹੈ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਕਰੀਬਨ 3 ਮਹੀਨੇ ਜਿਹੜੇ ਨੇ ਉਹਨਾਂ ਨੇ ਪਟਨਾ ਸਾਹਿਬ ਦੀ ਧਰਤੀ ਉੱਤੇ ਬਤੀਤ ਕੀਤੇ। ਅਖੀਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਜਦੋਂ ਪਟਨੇ ਤੋਂ ਚੱਲਣ ਲੱਗੇ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜੋ ਉਸ ਵੇਲੇ ਸੰਗਤ ਨੂੰ ਉਪਦੇਸ਼ ਦਿੱਤਾ, ਉਸ ਉਪਦੇਸ਼ ਦੇ ਨਾਲ ਅੱਜ ਆਪਾਂ ਜੁੜਨਾ ਹੈ। ਜੋ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਉਹ ਤਪਦਿਆਂ ਹਿਰਦਿਆਂ ਨੂੰ ਠਾਰ ਕੇ ਗਏ, ਉਸ ਆਨੰਦਮਈ ਅਵਸਥਾ ਨੂੰ ਅਸੀਂ ਮਾਨਣ ਦਾ ਯਤਨ ਕਰਨਾ ਹੈ। ਸੋ ਆਓ ਸਭ ਤੋਂ ਪਹਿਲਾਂ ਸਤਿਗੁਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਣਾ ਕਰੀਏ। ਮਨ ਬਿਰਤੀਆਂ ਇਕਾਗਰ ਕਰੋ। ਅਦਬ ਪਿਆਰ ਸਤਿਕਾਰ ਸਹਿਤ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਜਦੋਂ
ਪਟਨਾ ਸਾਹਿਬ ਦੀ ਧਰਤੀ ਦੇ ਉੱਪਰ 3 ਮਹੀਨੇ ਰੁਕਣ ਤੋਂ ਬਾਅਦ ਵਿੱਚ ਮਹਾਰਾਜ ਜੀ ਨੇ ਪੰਜਾਬ ਜਾਣ ਦਾ ਮਨ ਬਣਾਇਆ, ਕਿਉਂਕਿ ਲੰਮਾ ਸਮਾਂ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਪੰਜਾਬ ਦੀ ਧਰਤੀ ਤੋਂ ਦੂਰ ਰਹੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਪੰਜਾਬ 18 ਮਈ 1670 ਨੂੰ ਪੰਜਾਬ ਜਾਣ ਦੇ ਵਾਸਤੇ ਤਿਆਰੀ ਕਰਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ, ਜਿਨ੍ਹਾਂ ਦਾ ਉਸ ਵੇਲੇ ਨਾਮ ਇਤਿਹਾਸ ਦੇ ਵਿੱਚ ਕੇਵਲ ਗੋਬਿੰਦ ਰਾਏ ਕਰਕੇ ਹੈ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਮਨ ਦੀ ਅਵਸਥਾ ਉਸ ਵੇਲੇ ਪਿਤਾ ਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਕਹਿਣਾ ਕੀਤੀ। ਕਹਿਣ ਲੱਗੇ ਕਿ ਨਹਿ ਇਸ ਦੇਸ ਰਹਿਨ ਹਮ ਭਾਵੇ, ਤਿਤ ਹੀ ਤੁਮਰੇ ਸੰਗ ਸਿਧਾਵੇ। ਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਆਪ ਜੀ ਦੇ ਦਰਸ਼ਨ ਜਿਹੜੇ ਨੇ ਬਹੁਤ ਲੰਮੇ ਸਮੇਂ ਤੋਂ ਬਾਅਦ ਵਿੱਚ ਹੋਏ, ਤੇ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਆਪ ਕਿਰਪਾ ਕਰੋ ਕਿ ਹੁਣ ਇਸ ਜਗ੍ਹਾ ਦੇ ਉੱਪਰ ਤੁਹਾਡੇ ਤੋਂ ਬਗੈਰ ਮਨ ਨਹੀਂ ਲੱਗਦਾ। ਆਪ ਕਿਰਪਾ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਆਪਣੇ ਨਾਲ ਹੀ ਲੈ ਕੇ ਜਾਵੋ। ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ ਜੋ ਉਸ ਵੇਲੇ ਫਿਰ ਉੱਤਰ ਆਪਣੇ ਪੁੱਤਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਦੇਣਾ ਕੀਤਾ। ਇਤਿਹਾਸ ਦੇ ਬਚਨ ਨੇ, ਇਤਨੇ ਮੈਂ ਇਹ ਸਾਹਿਬਜ਼ਾਦਾ ਵਧੇ ਸਰੀਰ ਓਜ ਹੋਏ ਜਾਗਾ। ਕਿ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਸੀ ਕਿ ਅਸੀਂ ਕੁਝ ਸਮਾਂ ਜਾ ਕੇ ਪਹਿਲਾਂ ਪੰਜਾਬ ਦੇ ਹਾਲਾਤਾਂ ਨੂੰ ਦੇਖਾਂਗੇ, ਫਿਰ ਪਰਿਵਾਰ ਨੂੰ ਉੱਥੇ ਸੱਦਣਾ ਕਰਾਂਗੇ। ਉਨੀ ਦੇਰ ਤੱਕ ਆਪ ਜੀ ਦੀ ਅਵਸਥਾ ਜਿਹੜੀ ਹੈ ਹੋਰ ਬਲਵਾਨ ਹੋਵੇਗੀ, ਆਪ ਜੀ ਹੋਰ ਜਿਹੜਾ ਸਰੀਰ ਕਰਕੇ ਵਾਧਾ ਹੋ ਜਾਵੇਗਾ। ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਟਨਾ ਸਾਹਿਬ ਦੀ ਧਰਤੀ ਦੇ ਉੱਤੇ ਅਨੇਕਾਂ ਕੌਤਕ ਕੀਤੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਜੇਕਰ ਸੰਗਤ ਦੇ ਵੱਲੋਂ ਕੰਗਣ ਭੇਟ ਕੀਤੇ ਗਏ, ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਹੱਥਾਂ ਵਿੱਚ ਪਹਿਨੇ, ਤੇ ਮਹਾਰਾਜ ਜੀ ਨੇ ਉਹ ਕੰਗਣ ਜਿਹੜਾ ਸੀ ਇੱਕ ਖੇਡਦਿਆਂ ਹੋਇਆਂ ਗੰਗਾ ਦੇ ਘਾਟ ਦੇ ਉੱਪਰ ਨਦੀ ਵਿੱਚ ਸੁੱਟ ਦੇਣਾ ਕੀਤਾ। ਵਾਪਸ ਘਰ ਆਉਂਦੇ ਨੇ ਤੇ ਮਾਤਾ ਗੁਜਰੀ ਜੀ ਪੁੱਛਦੇ ਨੇ ਕਿ ਬੇਟਾ ਜੀ, ਕੰਗਣ ਜਿਹੜੇ ਤੁਹਾਡੇ ਹੱਥ ਦੇ ਵਿੱਚ ਦੋਨੋਂ ਸਨ, ਇੱਕ ਕੰਗਣ ਕਿੱਥੇ ਗਿਆ ਹੈ? ਨਾਲ ਮਾਮਾ ਕਿਰਪਾਲ ਚੰਦ ਜੀ ਹਨ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਮਾਤਾ ਜੀ ਨੂੰ, ਪਰਿਵਾਰ ਨੂੰ ਗੰਗਾ ਦੇ ਘਾਟ ਤੇ ਲੈ ਕੇ ਗਏ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਹੱਥ ਦੇ ਵਿੱਚੋਂ ਜਿਹੜਾ ਦੂਸਰਾ ਕੰਗਣ ਸੀ ਉਹ ਵੀ ਲਾ ਕੇ ਪਾਣੀ ਦੇ ਵਿੱਚ ਉਸ ਨਦੀ ਵਿੱਚ ਸੁੱਟਦਿਆਂ ਆਖਿਆ ਸੀ ਕਿ ਪਹਿਲਾ ਕੰਗਣ ਵੀ ਇਸ ਥਾਂ ਦੇ ਉੱਤੇ ਡਿੱਗਾ ਹੈ। ਮਹਾਰਾਜ ਪਾਤਸ਼ਾਹ ਜੀ ਨੇ ਹੱਥ ਦੇ ਵਿੱਚ ਤੀਰ ਕਮਾਨ ਬਣਾ ਲੈਣੀ, ਆਪਣੇ ਮਿੱਤਰਾਂ ਦੇ ਨਾਲ, ਦੋਸਤਾਂ ਦੇ ਨਾਲ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ 2 ਜਿਹੜੀਆਂ ਸੀ ਉਹ ਜਥੇਬੰਦੀਆਂ ਬਣਾ ਲੈਣੀਆਂ ਤੇ ਆਪਸ ਦੇ ਵਿੱਚ ਯੁੱਧ ਕਰਾਉਣਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਬਾਲਕਾਂ ਨੂੰ ਇਹ ਵੀ ਸਮਝਾਉਣਾ ਕੀਤਾ ਕਿ ਦ੍ਰਿੜਤਾ ਦਾ ਜੀਵਨ ਕੀ ਹੁੰਦਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਕਿਸੇ ਸਰਕਾਰੀ ਅਹਿਲਕਾਰ ਨੂੰ ਬੱਚਿਆਂ ਨੂੰ ਝੁਕਣ ਨਾ ਦੇਣਾ, ਉਹਨਾਂ ਨੂੰ ਸਲਾਮ ਕਰਨਾ ਦੇਣਾ। ਸਗੋਂ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਕਹਿਣਾ ਕਿ ਇਹਨਾਂ ਦਾ ਮਜ਼ਾਕ ਉਡਾਓ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਇਹ ਸ਼ਿਕਾਇਤ ਜਿਹੜੀ ਸੀ, ਜਿਸ ਵੇਲੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਪਟਨਾ ਸਾਹਿਬ ਦੀ ਧਰਤੀ ਤੋਂ ਜਿਹੜੇ ਅਸੀਂ ਢਾਕੇ ਵਿਖੇ ਸਨ, ਉਸ ਵੇਲੇ ਵੀ ਪਹੁੰਚੀ ਕਿ ਗੋਬਿੰਦ ਜੀ ਜਿਹੜੇ ਹਨ ਉਹ ਆਪ ਤਾਂ ਸਲਾਮ ਕਰਦੇ ਨਹੀਂ, ਸਗੋਂ ਬੱਚਿਆਂ ਨੂੰ ਵੀ ਪ੍ਰੇਰ ਦਿੰਦੇ ਨੇ, ਸਾਥੀਆਂ ਨੂੰ ਵੀ ਪ੍ਰੇਰਦੇ ਨੇ ਕਿ ਤੁਸੀਂ ਵੀ ਸਲਾਮ ਨਹੀਂ ਕਰਨੀ। ਤੇ ਬਾਕੀ ਬੱਚੇ ਵੀ ਜਿਹੜੇ ਅਹਿਲਕਾਰ ਨੇ ਉਹਨਾਂ ਨੂੰ ਦੰਦ ਚੁਰਾਉਂਦੇ ਨੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਹਾ ਸੀ ਕਿ ਗੋਬਿੰਦ ਨੇ ਜੋ ਕੀਆ ਭਲਾ ਕੀਆ। ਅੱਵਲ ਤਾਂ ਸਰਕਾਰੀ ਅਹਿਲਕਾਰ ਦੇ ਸਾਹਮਣੇ ਜਾਣਾ ਨਹੀਂ, ਉਹਨੂੰ ਮੱਥੇ ਨਹੀਂ ਲਾਉਣਾ। ਜੇਕਰ ਸਰਕਾਰੀ ਅਹਿਲਕਾਰ ਜਿਹੜਾ ਹੈ ਉਹ ਘਰ ਆ ਜਾਵੇ, ਉਹਨੂੰ ਸਾਹਿਬਜ਼ਾਦੇ ਦੀ ਪਰਾਂਦੀ ਦੇਣੀ ਹੈ, ਸਰਾਂਦੀ ਨਹੀਂ ਦੇਣੀ। ਪੈਰਾਂ ਵਾਲੇ ਪਾਸੇ ਬਿਠਾਉਣਾ ਹੈ, ਸਿਰ ਵਾਲੇ ਪਾਸੇ ਨਹੀਂ ਬਿਠਾਉਣਾ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਹੱਥ ਦੇ ਵਿੱਚ ਗੁਲੇਲ ਲੈਣੀ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਬੀਬੀਆਂ ਨੇ, ਪਟਨੇ ਦੀਆਂ ਮਾਈਆਂ ਨੇ ਘੜਿਆਂ ਨੂੰ ਪਾਣੀ ਦੇ ਨਾਲ ਭਰ ਕੇ ਸਿਰ ਤੇ ਲੱਦ ਕੇ ਜਾਣਾ, ਤੇ ਸਤਿਗੁਰੂ ਮਹਾਰਾਜ ਜੀ ਨੇ ਉਹ ਘੜੇ ਜਿਹੜੇ ਸਨ ਉਹ ਪਾਣੀ ਦੇ ਗੁਲੇਲ ਮਾਰ ਕੇ ਤੋੜਦੇ ਨੇ। ਮਾਤਾ ਜੀ ਦੇ ਕੋਲ ਸ਼ਿਕਾਇਤ ਜਾਣੀ ਤੇ ਮਾਤਾ ਜੀ ਨੇ ਫਿਰ ਉਹਨਾਂ ਨੂੰ ਜਿਹੜੇ ਸੀ ਉਹ ਧਾਤ ਦੇ ਪੱਕੇ ਘੜੇ ਦੇ ਦਿੱਤੇ। ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਤੀਰ ਦੇ ਨਾਲ ਜਿਹੜਾ ਸੀ ਉਹ ਘੜੇ ਨੂੰ ਇੱਕ ਨੂੰ ਜਿਹੜਾ ਸ਼ੇਕ ਕਰ ਦਿੱਤਾ। ਉਹ ਮਾਈ ਜਿਹੜੀ ਸੀ ਉਹ ਮਾਤਾ ਜੀ ਦੇ ਕੋਲ ਲੈ ਕਰਕੇ ਸ਼ਿਕਾਇਤ ਜਾਂਦੀ ਹੈ
ਜਿਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਿਕਾਇਤ ਮਾਤਾ ਜੀ ਦੇ ਕੋਲ ਜਾ ਕੇ ਕਰਦੇ ਨੇ ਤੇ ਮਾਤਾ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਅਕਸਰ ਲਾਲ ਜੀ ਕਹਿ ਕੇ ਪੁਕਾਰਿਆ ਕਰਦੇ। ਮਾਤਾ ਗੁਜਰੀ ਜੀ ਆਖਦੇ ਨੇ, ਲਾਲ ਜੀ ਤੁਸੀਂ ਨਿਤ ਹੀ ਜਿਹੜਾ ਹੈ ਉਹ ਕੋਈ ਨਾ ਕੋਈ ਐਸਾ ਕੰਮ ਕਰਦੇ ਹੋ ਜਿੰਦੇ ਕਰਕੇ ਲੋਕ ਤੁਹਾਡੇ ਉਲਾਮੇ ਲੈ ਕਰਕੇ ਆਉਂਦੇ ਨੇ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਮੈਂ ਤਾਂ ਇਸ ਦੇ ਵਿੱਚ ਵੀ ਇਹਨਾਂ ਦਾ ਭਲਾ ਕਰ ਰਿਹਾ ਸੀ। ਬਜ਼ੁਰਗ ਮਾਤਾ ਨੇ ਪੁੱਛਿਆ, ਕਹਿਣ ਲੱਗੇ ਸਾਡੇ ਮਿੱਟੀ ਦੇ ਘੜੇ ਤੋੜ ਦਿੱਤੇ, ਉਹਦੇ ਵਿੱਚ ਕੀ ਭਲਾ ਕੀਤਾ? ਹੁਣ ਜੇ ਸਾਨੂੰ ਪੱਕੇ ਘੜੇ ਮਿਲ ਗਏ ਨੇ ਤੇ ਅੱਜ ਤੀਰ ਮਾਰ ਕੇ ਉਹਦੇ ਵਿੱਚ ਵੀ ਛੇਕ ਕਰ ਦਿੱਤਾ, ਇਹਦੇ ਵਿੱਚ ਕੀ ਭਲਾ ਹੈ? ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਕੱਚੇ ਘੜੇ ਤੋੜੇ ਤਾਂ ਤੁਹਾਨੂੰ ਪੱਕੇ ਮਿਲੇ, ਪਰ ਅੱਜ ਜਦੋਂ ਤੁਸੀਂ ਪਾਣੀ ਭਰ ਕੇ ਲੈ ਕੇ ਜਾ ਰਹੇ ਸੀ, ਉਸ ਪਾਣੀ ਦੇ ਵਿੱਚ ਘੜੇ ਦੇ ਵਿੱਚ ਸੱਪ ਵੀ ਨਾਲ ਚਲੇ ਗਿਆ ਸੀ ਤੇ ਅਸੀਂ ਤੀਰ ਦੇ ਨਿਸ਼ਾਨੇ ਦੇ ਨਾਲ ਉਸ ਸੱਪ ਨੂੰ ਮਾਰਿਆ ਹੈ ਤਾਂ ਕਿ ਤੁਹਾਡੀ ਜ਼ਿੰਦਗੀ ਬਚ ਸਕੇ। ਜਦੋਂ ਜਾ ਕਰਕੇ ਮਾਤਾ ਜੀ ਨੇ ਘੜੇ ਨੂੰ ਦੇਖਣਾ ਕੀਤਾ ਤੇ ਸੱਚਮੁੱਚ ਉਹਦੇ ਵਿੱਚ ਤੀਰ ਲੱਗਿਆ ਹੋਇਆ ਸੱਪ ਜਿਹੜਾ ਸੀ ਉਹ ਪਿਆ ਹੋਇਆ ਸੀ। ਉਹਨਾਂ ਨੇ ਸ਼ੁਕਰਾਨਾ ਵੀ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੰਗਾ ਦੇ ਘਾਟ ਦੇ ਉੱਤੇ ਬੈਠੇ ਹੋਏ ਪੰਡਤ ਜਿਹੜਾ ਬਜ਼ੁਰਗ ਹੋ ਚੁੱਕਿਆ ਹੈ, ਉਸ ਦੀਆਂ ਅੱਖਾਂ ਨੂੰ ਵੀ ਢੱਕ ਲੈਣਾ ਤੇ ਮਹਾਰਾਜ ਜੀ ਨੇ ਅੱਖਾਂ ਢੱਕ ਕੇ ਆਖਣਾ ਕਿ ਪੰਡਤ ਜੀ ਝਾਤ, ਤੇ ਪੰਡਤ ਜੀ ਨੇ ਅੱਖਾਂ ਤੋਂ ਜਦੋਂ ਹੱਥ ਪਾਸੇ ਕੀਤੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਦਰਸ਼ਨ ਆਪਣੇ ਇਸ਼ਟ ਰੂਪ ਦੇ ਵਿੱਚ ਕਰਨਾ ਕੀਤੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਰੋਜ਼ਾਨਾ ਹੀ ਘਾਟ ਦੇ ਉੱਤੇ ਜਾਣਾ ਤੇ ਪੰਡਤ ਜੀ ਨੂੰ ਝਾਤ ਕਰਨੀ ਤੇ ਉਹਨਾਂ ਨੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਤੇ ਹੱਥ ਲਾ ਕੇ ਕਹਿਣਾ, ਬਾਲਾ ਪ੍ਰੀਤਮ। ਉਸੇ ਹੀ ਪਾਵਨ ਧਰਤੀ ਪਟਨਾ ਦੀ ਧਰਤੀ ਦੇ ਉੱਤੇ ਸਤਿਗੁਰੂ ਮਹਾਰਾਜ ਨੇ ਰਾਜੇ ਮੈਨੀ ਦੀ ਘਰਵਾਲੀ ਜਿਹੜੀ ਹੈ ਉਹਨੂੰ ਆਪਣਾ ਮਾਂ ਜਾਣ ਕੇ ਸਤਿਗੁਰੂ ਮਹਾਰਾਜ ਜੀ ਨੇ ਨਿਵਾਜਣਾ ਕੀਤਾ ਹੈ, ਕਿਉਂਕਿ ਘਰ ਦੇ ਵਿੱਚ ਲੰਮਾ ਸਮਾਂ ਹੋ ਚੁੱਕਾ ਹੈ, ਔਲਾਦ ਕੋਈ ਨਹੀਂ। ਤੇ ਪੰਡਤ ਜੀ ਸ਼ਿਵਦੱਤ ਨੂੰ ਬੇਨਤੀ ਕਰਦਾ ਹੈ ਰਾਜਾ ਮੈਨੀ ਕਿ ਤੁਸੀਂ ਰੱਬ ਦੇ ਕੋਲ ਪਹੁੰਚੀ ਹੋਈ ਆਤਮਾ ਹੋ, ਇੰਨੀ ਤੁਸੀਂ ਭਜਨ ਬੰਦਗੀ ਕਰਦੇ ਹੋ ਤੇ ਇਸ ਤਰ੍ਹਾਂ ਕਰੋ ਕਿ ਕਿਰਪਾ ਕਰੋ ਸਾਡੇ ਘਰ ਦੇ ਵਿੱਚ ਔਲਾਦ ਹੋ ਜਾਵੇ। ਉਸ ਵੇਲੇ ਫਿਰ ਪੰਡਤ ਜੀ ਨੇ ਸ਼ਿਵਦੱਤ ਨੇ ਆਖਿਆ ਸੀ, ਕਹਿਣ ਲੱਗੇ ਕਿ ਕਿਹਦੇ ਅੱਗੇ ਜਾ ਕੇ ਅਰਦਾਸਾਂ ਕਰਨੀਆਂ ਨੇ? ਜਿਸ ਭਗਵਾਨ ਦੇ ਅੱਗੇ ਜਾ ਕੇ ਅਰਦਾਸਾਂ ਕਰਨੀਆਂ ਨੇ ਉਹ ਤੇ ਪਟਨੇ ਦੀ ਧਰਤੀ ਨੂੰ ਤਾਰਨ ਵਾਸਤੇ ਆਇਆ। ਸ਼ਿਵਦੱਤ ਨੂੰ ਪੁੱਛਣਾ ਕੀਤਾ, ਕਹਿੰਦੇ ਕੌਣ? ਕਹਿਣ ਲੱਗੇ ਬਾਲਾ ਪ੍ਰੀਤਮ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਪੁੱਤਰ। ਤੇ ਰਾਜੇ ਮੈਨੀ ਨੇ ਆਖਿਆ ਸੀ, ਕਹਿਣ ਲੱਗੇ ਕਿ ਜਾਓ ਫਿਰ ਜਲਦੀ ਉਹਨਾਂ ਨੂੰ ਘਰੇ ਬੁਲਾ ਕੇ ਲੈ ਕੇ ਆਓ। ਸ਼ਿਵਦੱਤ ਨੇ ਆਖਿਆ, ਕਹਿਣ ਲੱਗੇ ਨਹੀਂ, ਇਸ ਤਰ੍ਹਾਂ ਬੁਲਾ ਕੇ ਨਹੀਂ ਲੈ ਕੇ ਆਉਣਾ, ਅਰਦਾਸ ਘਰ ਦੇ ਵਿੱਚ ਬੈਠ ਕੇ ਕਰੋ, ਪ੍ਰੇਮ ਦੇ ਨਾਲ ਉਹਨਾਂ ਨੂੰ ਯਾਦ ਕਰਨਾ ਕਰੋ। ਜਿਸ ਦਿਨ ਤੁਹਾਡੇ ਪ੍ਰੇਮ ਦੇ ਵਿੱਚ ਖਿੱਚ ਹੋਵੇਗੀ ਉਹ ਆਪ ਆ ਕਰਕੇ ਤੁਹਾਨੂੰ ਮਿਲਣ ਵਾਸਤੇ ਆਉਣਗੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਫਿਰ ਬੜੇ ਵਿਰਾਗ ਦੇ ਵਿੱਚ, ਪ੍ਰੇਮ ਤੇ ਬਿਰਹਾ ਦੇ ਵਿੱਚ ਭਿੱਜ ਕਰਕੇ ਰਾਣੀ ਮੈਨੀ ਨੇ ਯਾਦ ਕਰਨਾ ਕੀਤਾ। ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਖਿੱਦੋ ਖੁੰਡੀ ਦੀ ਖੇਡ ਖੇਡਦਿਆਂ ਹੋਇਆਂ ਮਹਾਰਾਜ ਨੇ ਜ਼ੋਰ ਦੀ ਡੰਡਾ ਮਾਰਿਆ ਖਿੱਦੋ ਨੂੰ ਤੇ ਉਹ ਰਾਣੀ ਦੇ ਵਿਹੜੇ ਵਿੱਚ ਚਲੇ ਗਈ। ਮਹਾਰਾਜ ਪਾਤਸ਼ਾਹ ਜੀ ਉਹ ਖਿੱਦੋ ਲੈਣ ਵਾਸਤੇ ਗਏ ਤੇ ਰਾਣੀ ਵਿਰਾਗ ਬਿਰਹਾ ਅਨੁਰਾਗ ਦੇ ਵਿੱਚ ਬੈਠੀ ਹੋਈ, ਨੇਤਰ ਉਹਦੇ ਬੰਦ ਨੇ ਤੇ ਵਿਹੜੇ ਦੇ ਵਿੱਚ ਬੈਠੀ ਹੋਈ ਸਤਿਗੁਰੂ ਮਹਾਰਾਜ ਨੂੰ ਯਾਦ ਕਰਦੀ ਏ। ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਬਾਲਾ ਪ੍ਰੀਤਮ ਜੀ ਉਹ ਆਪ ਵਿਹੜੇ ਦੇ ਅੰਦਰ ਗਏ, ਡੰਡਾ ਵੀ ਪਾਸੇ ਸੁੱਟ ਦਿੱਤਾ ਤੇ ਜਾ ਕਰਕੇ ਰਾਣੀ ਮੈਨੀ ਦੀ ਗੋਦ ਵਿੱਚ ਜਾ ਕੇ ਬੈਠ ਗਏ। ਕੰਨ ਦੇ ਵਿੱਚ ਆਵਾਜ਼ ਦੇ ਕੇ ਕਿਹਾ ਸੀ, ਮਾਂ ਅੱਖਾਂ ਖੋਲੋ। ਰਾਣੀ ਮੈਨੀ ਨੇ ਅੱਖਾਂ ਖੋਲੀਆਂ, ਸਤਿਗੁਰੂ ਮਹਾਰਾਜ ਨੂੰ ਗੋਦ ਵਿੱਚ ਬੈਠਿਆਂ ਦੇਖ ਕੇ ਕਿ ਜਿਹਨੂੰ ਰੋਜ਼ ਯਾਦ ਕਰਦੀ ਏ ਅੱਜ ਗੋਦ ਵਿੱਚ ਬੈਠਾ ਹੋਇਆ ਹੈ। ਮਹਾਰਾਜ ਜੀ ਦੇ ਚਰਨਾਂ ਵਿੱਚ ਹੱਥ ਲਾਉਣ ਲੱਗੀ। ਸਤਿਗੁਰੂ ਮਹਾਰਾਜ ਨੇ ਹੱਥ ਫੜ ਕੇ ਕਿਹਾ ਸੀ ਕਿ ਮਾਂ ਜਿਹੜੀ ਹੁੰਦੀ ਹੈ ਨਾ, ਉਹ ਬੱਚਿਆਂ ਦੇ ਸੀਸ ਦੇ ਉੱਤੇ ਹੱਥ ਰੱਖਦੀ ਹੈ, ਪੈਰਾਂ ਨੂੰ ਹੱਥ ਨਹੀਂ ਲਾਉਂਦੀ। ਰਾਣੀ ਮੈਨੀ ਨੇ ਬੇਨਤੀ ਕੀਤੀ ਸੀ ਕਿ ਮੇਰੇ ਘਰ ਦੇ ਵਿੱਚ ਸੰਤਾਨ ਨਹੀਂ, ਆਪ ਕਿਰਪਾ ਕਰੋ ਮੇਰੇ ਘਰ ਦੇ ਵਿੱਚ ਕੋਈ ਸੰਤਾਨ ਹੋਵੇ, ਪੁੱਤਰ ਮੇਰੀ ਗੋਦ ਵਿੱਚ ਖੇਡੇ। ਤੇ ਮਹਾਰਾਜ ਨੇ ਉਸ ਵੇਲੇ ਕਿਹਾ ਸੀ, ਕਹਿਣ ਲੱਗੇ ਕਿ ਰਾਣੀ ਮੈਨੀ ਸੱਚ ਕਰਕੇ ਜਾਣੋ, ਅੱਜ ਤੋਂ ਬਾਅਦ ਤੁਸੀਂ ਮੇਰੇ ਮਾਂ ਹੋ ਤੇ ਮੈਂ ਤੁਹਾਡਾ ਪੁੱਤਰ ਹਾਂ। ਉਹਨੇ ਸਵਾਲ ਕੀਤਾ, ਕਹਿਣ ਲੱਗੇ ਦੱਸੋ ਇੱਕ ਪੁੱਤਰ ਦੀਆਂ ਦੋ ਮਾਵਾਂ ਕਿਵੇਂ ਹੋ ਸਕਦੀਆਂ? ਗੁਜਰੀ ਜੀ ਵੀ ਤੁਹਾਡੀ ਮਾਂ ਤੇ ਮੈਨੂੰ ਵੀ ਤੁਸੀਂ ਮਾਂ ਆਖਦੇ ਹੋ, ਫਿਰ ਇਹ ਇੱਕ ਬਾਲਕ ਦੋਨਾਂ ਮਾਵਾਂ ਦੀ ਗੋਦੀ ਵਿੱਚ ਕਿਵੇਂ ਖੇਡੇਗਾ? ਮਹਾਰਾਜ ਨੇ ਉਦਾਹਰਨ ਦਿੱਤੀ, ਕਹਿਣ ਲੱਗੇ ਦੇਖੋ ਸਾਡੀਆਂ ਅੱਖਾਂ ਦੋ ਨੇ ਪਰ ਜੋਤ ਅੱਖਾਂ ਦੀ ਇੱਕ ਹੈ।
ਸਤਿਗੁਰ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਕਿ ਚੰਦਰਮਾ ਆਕਾਸ਼ ਦੇ ਵਿੱਚ ਇੱਕ ਆ, ਭਾਵੇਂ ਉਹਨੂੰ ਘਰ ਦੇ ਤਲਾਬ ਦੇ ਵਿੱਚ ਵੇਖੋ, ਭਾਵੇਂ ਗੰਗਾ ਦੇ ਵਿੱਚ ਦੇਖੋਗੇ, ਉਹ ਦੋਨਾਂ ਹੀ ਥਾਵਾਂ ਤੇ ਦਿਸੇਗਾ, ਪਰ ਹੈ ਅਸਲ ਦੇ ਵਿੱਚ ਉਹ ਇੱਕ ਹੀ। ਦਿਨੇ ਮੈਂ ਤੁਹਾਡੀ ਗੋਦ ਵਿੱਚ ਖੇਡਿਆ ਕਰਾਂਗਾ, ਰਾਤ ਨੂੰ ਮੈਂ ਮਾਤਾ ਗੁਜਰੀ ਜੀ ਦੀ ਗੋਦ ਵਿੱਚ ਖੇਡਾਂਗਾ। ਇਸੇ ਤਰ੍ਹਾਂ ਕਹਿੰਦੇ ਇਹ ਪ੍ਰੇਮ ਜਿਹੜਾ ਹੈ ਤੁਹਾਡੇ ਨਾਲ ਵੀ ਨਿਭੇਗਾ ਤੇ ਮਾਤ ਗੁਜਰੀ ਨਾਲ ਵੀ ਨਿਭੇਗਾ। ਮਾਤਾ ਜੀ ਨੂੰ ਫਿਰ ਕਹਿਣ ਲੱਗੇ ਰਾਣੀ ਮੈਨੀ ਨੂੰ ਕਿ ਸਾਨੂੰ ਭੁੱਖ ਲੱਗੀ ਹੈ। ਉਸ ਵੇਲੇ ਰਾਣੀ ਮੈਨੀ ਨੇ ਕਿਹਾ ਕਿ ਕੁਝ ਬਾਜ਼ਾਰੋਂ ਮੰਗਾ ਕੇ ਦੇਣੀ। ਸਤਿਗੁਰੂ ਮਹਾਰਾਜ ਕਹਿੰਦੇ ਨੇ ਨਹੀਂ ਮਾਂ, ਜੋ ਵੀ ਘਰ ਦੇ ਵਿੱਚ ਬਣਿਆ ਹੈ ਸਾਨੂੰ ਉਹੀ ਛਕਾ। ਉਸ ਵੇਲੇ ਫਿਰ ਦੁੱਧ ਦੀਆਂ ਪੂੜੀਆਂ, ਛੋਲੇ ਜਿਹੜੇ ਸੀ ਉਹ ਬਣੇ ਹੋਏ ਸੀ ਤੇ ਸਤਿਗੁਰੂ ਮਹਾਰਾਜ ਜੀ ਨੇ ਬੈਠ ਕਰਕੇ ਛਕਣਾ ਕੀਤੇ। ਮਹਾਰਾਜ ਜੀ ਨੇ ਰੋਜ਼ ਹੀ ਫਿਰ ਜਾਣਾ ਤੇ ਰਾਣੀ ਮੈਨੀ ਨੇ ਜਿਹੜਾ ਸੀ ਉਹ ਬੜੇ ਪਿਆਰ ਦੇ ਨਾਲ ਸਤਿਗੁਰੂ ਮਹਾਰਾਜ ਜੀ ਨੂੰ ਭੋਜਨ ਕਰਾਉਣਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਨੇਕਾਂ ਐਸੇ ਕੌਤਕ ਸੀ ਜਿਹੜੇ ਬਚਪਨ ਦੇ ਵਿੱਚ ਬਾਲ ਲੀਲਾ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਪਟਨਾ ਦੀ ਧਰਤੀ ਤੇ ਕੀਤੇ। ਤੇ ਜਿੱਦਣ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਮਿਲਾਪ ਹੁੰਦਾ ਹੈ, ਰਹੀਮ ਬਖਸ਼ ਕਰੀਮ ਬਖਸ਼ ਦਾ ਉਹ ਬਾਗ ਹੈ ਜਿੱਥੇ ਸਤਿਗੁਰੂ ਮਹਾਰਾਜ ਜੀ ਦੇ ਨਾਲ ਮਿਲਾਪ ਹੋਇਆ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਹੁਣ ਵਾਪਸੀ ਦੇ ਸਮੇਂ ਤਕਰੀਬਨ ਵਿਦਵਾਨ ਸੱਜਣ ਆਖਦੇ ਨੇ 3 ਮਹੀਨੇ ਦਾ ਸਮਾਂ ਸਤਿਗੁਰੂ ਮਹਾਰਾਜ ਜੀ ਨੇ ਉੱਥੇ ਰੁਕਣਾ ਕੀਤਾ, ਸੰਗਤ ਨੂੰ ਉਪਦੇਸ਼ ਦੇਣਾ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪੁੱਤਰ ਬੇਨਤੀ ਕਰਦੇ ਨੇ, ਨਹਿ ਇਸ ਦੇਸ ਰਹਿਣ ਹਮ ਭਾਵੇ। ਮਹਾਰਾਜ ਹੁਣ ਇੱਥੇ ਦਿਲ ਨਹੀਂ ਲੱਗਦਾ, ਹੁਣ ਮਨ ਨਹੀਂ ਲੱਗਦਾ, ਆਪ ਕਿਰਪਾ ਕਰੋ ਤਿਤ ਹੀ ਤੁਮਰੇ ਸੰਗ ਸਿਧਾਵੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਪ ਕਿਰਪਾ ਕਰੋ ਜੀ ਕਿ ਮੈਂ ਆਪ ਜੀ ਦੇ ਨਾਲ ਹੀ ਚਲੇ ਜਾਵਾਂ। ਪਰ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਸਮੇਂ ਦੀ ਨਜ਼ਾਕਤ ਦੇਖਣਾ ਚਾਹੁੰਦੇ ਸਨ। ਗੁਰੂ ਤੇਗ ਬਹਾਦਰ ਮਹਾਰਾਜ ਫਿਰ ਜਿਸ ਵੇਲੇ ਪਟਨਾ ਦੀ ਧਰਤੀ ਨੂੰ ਤਿਆਗਦੇ ਨੇ ਤੇ ਸਤਿਗੁਰੂ ਮਹਾਰਾਜ ਉੱਥੋਂ ਤੁਰਨ ਲੱਗਦੇ ਆ, ਸੰਗਤ ਨੇ ਬੇਨਤੀ ਕੀਤੀ ਸਤਿਗੁਰੂ ਮਹਾਰਾਜ ਜੀ ਕੋਈ ਉਪਦੇਸ਼ ਦੇਣਾ ਕਰੋ। ਮਹਾਰਾਜ ਨੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਸੰਗਤ ਨੂੰ ਉਪਦੇਸ਼ ਦੇਣਾ ਕੀਤਾ। ਕਹਿਣ ਲੱਗੇ ਇੱਕ ਤਾਂ ਜੀਵਨ ਜਿਹੜਾ ਹੈ ਉਹਨੂੰ ਸ਼ੁੱਧ ਰੱਖਣਾ ਹੈ, ਜੀਵਨ ਦੇ ਵਿੱਚ ਮਿਲਾਵਟ ਨਹੀਂ ਹੋਣੀ ਚਾਹੀਦੀ, ਕਿਰਤ ਜਿਹੜੀ ਹੈ ਉਹ ਸੁੱਚੀ ਹੋਣੀ ਚਾਹੀਦੀ ਹੈ, ਵਿਹਾਰ ਜਿਹੜਾ ਹੈ ਉਹ ਸੁੱਚਾ ਹੋਣਾ ਚਾਹੀਦਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਜੀਵਨ ਜਿਹੜਾ ਹੈ ਉਹ ਭਲੇ ਲਈ ਹੋਣਾ ਚਾਹੀਦਾ ਹੈ, ਜਿੰਨਾ ਹੋ ਸਕੇ ਕਿਸੇ ਦਾ ਭਲਾ ਕਰੋ। ਸਤਿਗੁਰੂ ਮਹਾਰਾਜ ਕਹਿੰਦੇ ਨੇ ਪਿਆਰ ਤੇ ਤਰਸ ਜਿਹੜਾ ਹੈ ਇਹ ਹਮੇਸ਼ਾ ਕੋਲ ਰੱਖਣਾ ਹੈ, ਆਪਣੇ ਕੋਲ ਪਿਆਰ ਰੱਖਣਾ, ਆਪਣੇ ਕੋਲ ਤਰਸ ਰੱਖਣਾ। ਜੇਕਰ ਕੋਈ ਗਰੀਬ ਕੋਈ ਲੋੜਵੰਦ ਆ ਜਾਏ ਉਹਦੇ ਤੇ ਤਰਸ ਵੀ ਕਰਨਾ, ਤੇ ਜੇਕਰ ਕੋਈ ਵਿਰੋਧ ਕਰਨ ਵਾਸਤੇ ਆ ਜਾਏ ਤਾਂ ਵੀ ਵਿਰੋਧ ਨਹੀਂ ਕਰਨਾ, ਉਹਦੇ ਨਾਲ ਪਿਆਰ ਕਰਨਾ ਹੈ। ਮਹਾਰਾਜ ਨੇ ਕਿਹਾ ਕਿ ਆਪਣੇ ਆਪੇ ਤੇ ਕਾਬੂ ਰੱਖਣਾ, ਨਫ਼ਰਤ ਨਹੀਂ ਕਰਨੀ। ਸਤਿਗੁਰੂ ਮਹਾਰਾਜ ਕਹਿੰਦੇ ਨੇ ਤੇ ਜਦੋਂ ਸੇਵਾ ਕਰਨ ਦੀ ਗੱਲ ਆਵੇ ਨਿਰਚਾਹੀ ਹੋ ਕਰਕੇ, ਸਤਿਗੁਰੂ ਮਹਾਰਾਜ ਕਹਿੰਦੇ ਨੇ ਬਿਨਾਂ ਕਿਸੇ ਸਵਾਸ ਦੇ, ਬਿਨਾਂ ਕਿਸੇ ਸਵਾਰਥ ਦੇ, ਬਿਨਾਂ ਕਿਸੇ ਹੋਰ ਇੱਛਾ ਦੇ ਮਹਾਰਾਜ ਕਹਿੰਦੇ ਨੇ ਸੇਵਾ ਕਰਨੀ ਹੈ। ਪੂਜਾ ਕੇਵਲ ਜਿਹੜੀ ਹੈ ਉਹ ਅਕਾਲ ਪੁਰਖ ਦੀ ਕਰਨੀ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਪ ਜਿਹੜਾ ਹੈ ਜਾਪ ਹਮੇਸ਼ਾ ਹੀ ਸਤਨਾਮ ਕਰਤਾ ਪੁਰਖ ਦਾ ਕਰਨਾ। ਸਤਨਾਮ ਕਰਤਾ ਪੁਰਖ ਤੋਂ ਭਾਵ ਹੈ ਕਿ ਉਹਨੂੰ ਜਪਣਾ ਜਿੰਦਾ ਨਾਮ ਸੱਚਾ ਹੈ, ਉਹਨੂੰ ਜਪਣਾ ਹੈ ਜਿਹੜਾ ਕਰਤਾ ਪੁਰਖ ਜਿਹੜਾ ਹਰ ਥਾਂ ਤੇ ਵਿਆਪਕ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਪੰਜਾਂ ਨੂੰ ਵਸ ਦੇ ਵਿੱਚ ਰੱਖਣਾ, ਤ੍ਰਿਸ਼ਨਾ ਸਾਡੇ ਨੇੜੇ ਨਾ ਆਵੇ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਆਸਾ ਮਨਸਾ ਮਾਨ ਅਪਮਾਨ ਹਮੇਸ਼ਾ ਹੀ ਇਹਨਾਂ ਤੋਂ ਬੁਰਾਈਆਂ ਤੋਂ ਆਪਣੇ ਆਪ ਨੂੰ ਉੱਚੇ ਰੱਖਣਾ ਹੈ। ਜੀਵਨ ਮਰਨ ਤੋਂ ਛੁਟਕਾਰਾ ਹੋਵੇਗਾ ਜਦੋਂ ਅਸੀਂ ਆਪਣੇ ਆਪ ਨੂੰ ਮਾਨ ਅਪਮਾਨ ਆਸਾ ਮਨਸਾ ਤੋਂ ਉੱਪਰ ਰੱਖਾਂਗੇ। ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਖਦੇ ਨੇ ਜ਼ਿੰਦਗੀ ਜਿਹੜੀ ਸਾਨੂੰ ਰੱਬ ਨੇ ਦਿੱਤੀ ਆ ਨਾ, ਇਹ ਜ਼ਿੰਦਗੀ ਕਿਸੇ ਤੋਂ ਖੋਹਣ ਵਾਸਤੇ ਨਹੀਂ, ਕਿਸੇ ਦੀ ਜ਼ਿੰਦਗੀ ਲੈਣ ਵਾਸਤੇ ਨਹੀਂ ਦਿੱਤੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹ ਤਾਂ ਕਿਸੇ ਨੂੰ ਦੇਣ ਵਾਸਤੇ ਪ੍ਰਮਾਤਮਾ ਨੇ ਸਾਨੂੰ ਦਿੱਤੀ ਹੈ। ਮਹਾਰਾਜ ਕਹਿੰਦੇ ਨੇ ਕਿ ਸੰਗਤ ਜੀ ਕਿ ਸਾਡਾ ਜੀਵਨ ਸੂਰਜ ਦੇ ਸਮਾਨ ਹੋਣਾ ਚਾਹੀਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਵੇਂ ਸੂਰਜ ਰੌਸ਼ਨੀ ਵੰਡਦਾ ਹੈ ਉਸੇ ਤਰ੍ਹਾਂ ਸਾਡਾ ਜੀਵਨ ਹੋਵੇ। ਮਹਾਰਾਜ ਪਾਤਸ਼ਾਹ ਕਹਿੰਦੇ ਨੇ ਜਿਸ ਦਿਨ ਤੁਸੀਂ ਰੌਸ਼ਨੀ ਵੰਡੋਗੇ, ਹਰ ਇੱਕ ਦੇ ਨਾਲ ਸਾਂਝ ਪਾਓਗੇ, ਹਉਮੈ ਤਿਆਗ ਦੇਣੀ ਹੈ,
ਸਰੀਰ ਦਾ ਹਰ ਸਮੇਂ ਧਿਆਨ ਨਹੀਂ ਰੱਖਣਾ ਕਿ ਮੇਰਾ ਸਰੀਰ ਹੀ ਬਣਿਆ ਰਹੇ, ਸਰੀਰ ਦੇ ਖਿਆਲਾਂ ਦੇ ਵਿੱਚ ਹੀ ਜੁਟੇ ਰਹਿਣਾ। ਮਹਾਰਾਜ ਕਹਿੰਦੇ ਨੇ ਇਹਦੇ ਚੋਂ ਅਗਿਆਨਤਾ ਪੈਦਾ ਹੁੰਦੀ ਹੈ ਤੇ ਸਤਿਗੁਰੂ ਮਹਾਰਾਜ ਕਹਿੰਦੇ ਇਸ ਅਗਿਆਨਤਾ ਦੇ ਕਰਕੇ ਹੀ ਰੱਬ ਦੇ ਨਾਲ ਮੇਲ ਨਹੀਂ ਹੋ ਸਕਦਾ। ਸਤਿਗੁਰੂ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਫਿਰ ਉਪਦੇਸ਼ ਦੇਣਾ ਕੀਤਾ ਸੋਰਠ ਰਾਗ ਦੇ ਅੰਦਰ, ਜੋ ਨਰ ਦੁੱਖ ਮਹਿ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਪੈ ਨਹੀਂ ਜਾ ਕੇ ਕੰਚਨ ਮਾਟੀ ਮਾਨੇ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਕਿ ਦੇਖੋ ਹਕੀਕਤ ਦੇ ਵਿੱਚ ਅਸਲ ਮਨੁੱਖ ਉਹ ਹੈ ਜਿਹੜਾ ਹਮੇਸ਼ਾ ਹੀ ਦੁੱਖ ਤੇ ਸੁੱਖ ਤੋਂ ਨਿਰਲੇਪ ਰਹਿੰਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਉਹਨਾਂ ਨੇ ਇਹ ਅਵਸਥਾ ਜਿਹੜੀ ਹੈ ਦਰਜ ਕਰ ਦਿੱਤੀ ਹੈ ਬਾਣੀ ਦੇ ਵਿੱਚ ਕਿ ਸਤਿਗੁਰ ਮਹਾਰਾਜ ਕਹਿੰਦੇ ਨੇ ਕਿ ਦੁੱਖ ਤੇ ਸੁੱਖ ਤੋਂ ਨਿਰਲੇਪ ਰਹਿਣਾ ਹੈ। ਸੁਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੇ। ਸੁਖ ਨੂੰ, ਸਨੇਹ ਨੂੰ, ਕੰਚਨ ਨੂੰ, ਮਿੱਟੀ ਨੂੰ ਇੱਕ ਸਮਾਨ ਜਾਣਨਾ। ਇਤਿਹਾਸ ਦੇ ਵਿੱਚ ਇੱਕ ਸਾਖੀਕਾਰ ਨੇ ਇੱਕ ਸਾਖੀ ਲਿਖਣਾ ਕੀਤੀ। ਕਹਿਣ ਲੱਗੇ ਕਿ ਕੋਈ ਮਹਾਂਪੁਰਖ ਉਹਦੇ ਕੋਲ ਕੋਈ ਦਰਸ਼ਨ ਕਰਨ ਵਾਸਤੇ ਆਇਆ ਤੇ ਭੇਟਾ ਦੇ ਵਿੱਚ ਸੋਨਾ ਰੱਖ ਗਿਆ, ਕੁਝ ਮੋਹਰਾਂ ਰੱਖ ਗਿਆ। ਉਹ ਦੋਨੋਂ ਹੀ ਜੀ ਜਿਹੜੇ ਸਨ ਬੜੀ ਬੰਦਗੀ ਤੇ ਭਾਵਨਾ ਵਾਲੇ ਸਨ। ਜਦੋਂ ਸੋਨੇ ਨੂੰ ਪਿਆ ਦੇਖਿਆ ਤੇ ਆਪਣੀ ਘਰਵਾਲੀ ਨੂੰ ਆਉਂਦਿਆਂ ਤੱਕ ਉਸ ਮਹਾਂਪੁਰਖ ਨੇ ਉਸ ਸੋਨੇ ਦੀਆਂ ਮੋਹਰਾਂ ਦੇ ਉੱਪਰ ਹੱਥ ਦੇ ਨਾਲ ਮਿੱਟੀ ਪਾ ਦਿੱਤੀ। ਪਰ ਘਰਵਾਲੀ ਜਿਹੜੀ ਸੀ ਉਹ ਸੋਨੇ ਦੀਆਂ ਮੋਹਰਾਂ ਵੀ ਦੇਖ ਲਈਆਂ ਤੇ ਮਿੱਟੀ ਪਾਉਂਦਿਆਂ ਵੀ ਆਪਣੇ ਪਤੀ ਨੂੰ, ਉਸ ਮਹਾਂਪੁਰਖ ਨੂੰ ਦੇਖਿਆ। ਉਹਨੇ ਆਉਂਦਿਆਂ ਹੀ ਬਚਨ ਕਹੇ ਸੀ, ਕਹਿਣ ਲੱਗੇ ਸਵਾਮੀ ਮਿੱਟੀ ਤੇ ਮਿੱਟੀ ਪਾਉਣ ਦੀ ਕੀ ਲੋੜ ਸੀ। ਉਸ ਦਿਨ ਫਿਰ ਉਸ ਮਹਾਂਪੁਰਖ ਨੂੰ ਇਹ ਅਹਿਸਾਸ ਹੋਇਆ ਕਿ ਬੰਦਗੀ ਕਰਦਿਆਂ ਹੋਇਆਂ ਮੇਰੀ ਪਤਨੀ ਮੇਰੇ ਤੋਂ ਅੱਗੇ ਜਾ ਚੁੱਕੀ ਆ, ਉਹਨੂੰ ਸੋਨਾ ਵੀ ਮਿੱਟੀ ਦੇ ਸਮਾਨ ਜਾਪਦਾ ਹੈ ਤੇ ਮੈਨੂੰ ਸੋਨਾ ਸੋਨਾ ਲੱਗਿਆ, ਤਾਂ ਕਰਕੇ ਮੈਂ ਇਹਦੇ ਉੱਤੇ ਮਿੱਟੀ ਪਾ ਦਿੱਤੀ। ਮਹਾਰਾਜ ਜੀ ਦੇ ਬਚਨ ਸਨ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੇ। ਇਸ ਪਾਵਨ ਸ਼ਬਦ ਵਿੱਚ ਮਹਾਰਾਜ ਜੀ ਨੇ ਬ੍ਰਹਮ ਗਿਆਨ ਦੀ ਉੱਚੀ ਅਵਸਥਾ ਦੀ ਮਹਾਰਾਜ ਜੀ ਨੇ ਗੱਲ ਕੀਤੀ ਆ ਕਿ ਬ੍ਰਹਮ ਗਿਆਨੀ ਦੀ ਉੱਚੀ ਅਵਸਥਾ ਕਿਹੜੀ ਹੁੰਦੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਉਹਦੀ ਅਵਸਥਾ ਹੁੰਦੀ ਹੈ ਕਿ ਜੇਕਰ ਦੁੱਖ ਆ ਜਾਵੇ ਤੇ ਉਹ ਦੁੱਖ ਨੂੰ ਦੁੱਖ ਕਰਕੇ ਨਾ ਮੰਨੇ, ਦਾਤ ਕਰਕੇ ਮੰਨ ਲਏ। ਜੇ ਸੁੱਖ ਆ ਜਾਏ ਤੇ ਸੁੱਖ ਨੂੰ ਵੀ ਦਾਤ ਸਮਝੇ। ਮਹਾਰਾਜ ਕਹਿੰਦੇ ਨੇ ਕਿ ਸੁਖ ਸਨੇਹੋਂ ਅਰ ਭੈ ਨਹੀਂ ਜਾ ਕੇ। ਉਹਦੇ ਜੀਵਨ ਦੇ ਵਿੱਚ ਸੁੱਖ ਦੇ ਨਾਲ ਸਨੇਹ ਨਾ ਹੋਵੇ, ਸੁੱਖ ਦੀ ਲਾਲਸਾ ਨਾ ਹੋਵੇ, ਭੈ ਅੰਦਰ ਮੌਤ ਦਾ ਡਰ ਕੋਈ ਨਾ ਹੋਵੇ, ਕੰਚਨ ਮਾਟੀ ਮਾਨੇ ਤੇ ਧਨ ਨੂੰ ਮਿੱਟੀ ਸਮਾਨ ਜਾਣਦਾ ਹੋਵੇ, ਨਹਿ ਨਿੰਦਿਆ ਨਹਿ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ। ਉਹਦੇ ਜੀਵਨ ਦੇ ਵਿੱਚ ਨਿੰਦਿਆ ਤੇ ਉਸਤਤ ਨੂੰ ਕੋਈ ਥਾਂ ਨਾ ਹੋਵੇ, ਲੋਭ ਤੇ ਅਭਿਮਾਨ ਨੂੰ ਕੋਈ ਥਾਂ ਨਾ ਹੋਵੇ। ਹਰਖ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ। ਤੇ ਹਰਖ ਸੋਗ ਤੋਂ, ਦੁੱਖ ਤੋਂ ਤੇ ਖੁਸ਼ੀ ਤੋਂ ਉਹ ਉੱਪਰ ਰਹਿਣ ਵਾਲਾ ਉਹਦਾ ਜੀਵਨ ਹੋਵੇ। ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹੇ ਨਿਰਾਸਾ। ਜੀਵਨ ਦੇ ਵਿੱਚੋਂ ਆਸਾ ਤੇ ਮਨਸਾ, ਮਨਸਾ ਤੋਂ ਭਾਵ ਹੈ ਕਿ ਮਨਸ਼ਾ ਸ਼ਬਦ ਤੋਂ ਬਣਿਆ, ਜਿਹਦੇ ਵਿੱਚ ਮਨ ਦੀਆਂ ਇੱਛਾਵਾਂ ਦੀ ਗੱਲ ਕੀਤੀ ਜਾਂਦੀ ਹੈ। ਮਨ ਦੇ ਵਿੱਚ ਇੱਛਾਵਾਂ ਰੂਪੀ ਫੁਰਨੇ ਪੈਦਾ ਨਾ ਹੋਣ ਦੇਵੇ, ਜਗ ਤੇ ਰਹੇ ਨਿਰਾਸਾ। ਤੇ ਐਸਾ ਜੀਵਨ ਹੋਵੇ ਕਿ ਜੋ ਕੁਝ ਮਿਲਿਆ ਹੈ ਉਹ ਪਰਮਾਤਮਾ ਦੀ ਦਾਤ ਕਰਕੇ ਜਾਣੇ। ਕਾਮ ਕ੍ਰੋਧ ਜਹ ਪਰਸੇ ਨਾਹਨ, ਤਿਹ ਘਟ ਬ੍ਰਹਮ ਨਿਵਾਸਾ। ਤੇ ਜਿਸ ਦੇ ਅੰਦਰ ਵਾਸ਼ਨਾ ਨਹੀਂ, ਜਿਸ ਦੇ ਅੰਦਰ ਕ੍ਰੋਧ ਨਹੀਂ, ਮਹਾਰਾਜ ਕਹਿੰਦੇ ਨੇ ਸਭ ਤੋਂ ਨੇੜੇ ਜੇਕਰ ਰੱਬ ਕਿਸੇ ਦੇ ਕੋਲ ਹੈ ਤੇ ਉਹਦੇ ਕੋਲ ਹੈ ਜਿੰਦੇ ਜੀਵਨ ਦੇ ਵਿੱਚ ਕਾਮ ਤੇ ਕ੍ਰੋਧ ਨਹੀਂ ਹੈ। ਕਾਮ ਕ੍ਰੋਧ ਜਹ ਪਰਸੇ ਨਾਹਨ, ਤਹਿ ਘਟ ਬ੍ਰਹਮ ਨਿਵਾਸਾ। ਉਸ ਹਿਰਦੇ ਦੇ ਅੰਦਰ ਪਾਰ ਬ੍ਰਹਮ ਵਾਹਿਗੁਰੂ ਦਾ ਨਿਵਾਸ ਹੈ। ਗੁਰ ਕਿਰਪਾ ਜਹ ਨਰ ਕੋ ਕੀਨੀ, ਤਹਿ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜੋ ਪਾਨੀ ਸੰਗ ਪਾਨੀ। ਮਹਾਰਾਜ ਕਹਿੰਦੇ ਨੇ ਇਹ ਅਵਸਥਾ ਹੈ ਕਿ ਗੁਰੂ ਜਿੰਦੇ ਤੇ ਕਿਰਪਾ ਕਰਦਾ ਹੈ। ਗੁਰ ਕਿਰਪਾ ਜਿਹ ਨਰ ਕੋ ਕੀਨੀ, ਜਿਸ ਮਨੁੱਖ ਦੇ ਉੱਤੇ ਮਹਾਰਾਜ ਜੀ ਦੀ ਕਿਰਪਾ ਹੋਈ ਤਿਹ ਇਹ ਜੁਗਤ ਪਛਾਨੀ। ਉਹਨੂੰ ਇਸ ਗੱਲ ਦੀ ਸਮਝ ਆ ਗਈ, ਇਹ ਜੁਗਤੀ ਸਮਝ ਵਿੱਚ ਆ ਗਈ ਕਿ ਜੀਵਨ ਕਿਵੇਂ ਪਰਮਾਤਮਾ ਦੇ ਹੁਕਮ ਦੇ ਉੱਤੇ ਅਸੀਂ ਚਲਾ ਸਕਦੇ ਹਾਂ। ਨਾਨਕ ਲੀਨ ਭਇਓ ਗੋਬਿੰਦ ਸਿਉ, ਜੋ ਪਾਣੀ ਸੰਗ ਪਾਣੀ। ਜੀਵਨ ਇਵੇਂ ਫਿਰ ਲੀਨ ਹੋ ਜਾਂਦਾ ਹੈ ਪਰਮਾਤਮਾ ਦੇ ਵਿੱਚ, ਜਿਵੇਂ ਪਾਣੀ ਦੀ ਬੂੰਦ ਪਰ ਜਿਵੇਂ ਪਾਣੀ ਦੇ ਵਿੱਚ ਮਿਲ ਜਾਂਦੀ ਹੈ ਤੇ ਦੁਬਾਰਾ ਉਹਨੂੰ ਕੱਢ ਨਹੀਂ ਸਕਦੇ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਬਖਸ਼ਿਸ਼ ਕਰਨ। ਆਓ ਅਖੀਰ ਦੇ ਵਿੱਚ ਅਰਦਾਸ ਕਰੀਏ, ਸੱਚੇ ਪਾਤਸ਼ਾਹ ਆਪ ਕਿਰਪਾ ਕਰੋ, ਜਗਤ ਜਲੰਦਾ ਰੱਖ ਲੈ,
ਆਪਣੀ ਕਿਰਪਾ ਤਾਰ, ਜਿਤ ਦੁਆਰੇ ਉਬਰੇ ਤਿੱਤੇ ਲਿਹੋ ਉਭਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਕਰਨਾਉ ਨਿਤ ਆਵੇ ਤਾਏ। ਤੇਗ ਬਹਾਦਰ ਸਿਮਰਿਐ, ਕਰਨਾਉ ਨਿਤ ਆਵੇ